ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਮੈਂ ਪ੍ਰਭੂ ਦਾ ਧੰਨਵਾਦ ਕਰਦਾ ਹਾਂ। ਕਾਫੀ ਸਮੇਂ ਤੋਂ ਬਾਅਦ ਪ੍ਰਭੂ ਨੇ ਮੈਨੂੰ ਆਪ ਸਭ ਦੇ ਨਾਲ ਪ੍ਰਭੂ ਦੇ ਵਚਨ ਦੇ ਵਿੱਚ ਰੂਬਰੂ ਹੋਣ ਦਾ ਮੌਕਾ ਦਿੱਤਾ ਹੈ। ਕਮਜ਼ੋਰੀਆਂ ਹੋਣ ਦੇ ਨਾਲ ਵੀ ਪ੍ਰਭੂ ਸਾਨੂੰ ਆਪਣਾ ਬਲ ਦੇ ਕੇ ਇਸਤੇਮਾਲ ਕਰਦਾ ਹੈ। ਬਾਣੀ ਦੇ ਵਿੱਚ ਲਿਖਿਆ ਹੈ, ਪੌਲਸ ਰਸੂਲ ਕਹਿੰਦਾ ਹੈ, ਜਿਹੜਾ ਮੈਨੂੰ ਬਲ ਦਿੰਦਾ ਹੈ ਉਹਦੇ ਵਿੱਚ ਮੈਂ ਸਭੋ ਕੁਝ ਕਰ ਸਕਦਾ ਹਾਂ। ਅਸੀਂ ਅੱਜ ਦੇ ਵਚਨ ਦਾ ਮਨਨ ਕਰਨ ਤੋਂ ਪਹਿਲਾਂ ਪ੍ਰਾਰਥਨਾ ਵਿੱਚ ਜਾਵਾਂਗੇ। ਦਿਆਲੂ, ਕਿਰਪਾਲੂ, ਮਿਹਰਬਾਨ, ਪ੍ਰੇਮੀ ਪਰਮੇਸ਼ਰ, ਤੇਰਾ ਧੰਨਵਾਦ, ਤੇਰੀ ਮਹਿਮਾ, ਤੇਰੀ ਵਡਿਆਈ ਕਰਦੇ ਹਾਂ, ਕਿਉਂਕਿ ਤੂੰ ਰਾਜਿਆਂ ਦਾ ਰਾਜਾ, ਪ੍ਰਭੂਆਂ ਦਾ ਪ੍ਰਭੂ, ਪਾਤਸ਼ਾਹਾਂ ਦਾ ਪਾਤਸ਼ਾਹ ਹੈ। ਪਰਮੇਸ਼ਰ, ਅਸੀਂ ਤੇਰੀ ਬਾਣੀ ਨੂੰ, ਜਿਹੜਾ ਸਾਨੂੰ ਜੀਵਨ ਦਿੰਦਾ ਹੈ, ਜਿਹੜਾ ਸਾਨੂੰ ਸਵਰਗ ਦੇ ਵਿੱਚ ਤੇਰੇ ਨਾਲ ਬੈਠਣ ਦਾ ਅਖਤਿਆਰ ਦਿੰਦਾ ਹੈ, ਅਸੀਂ ਉਸ ਨੂੰ ਜਦੋਂ ਸਿੱਖਣ ਜਾ ਰਹੇ ਹਾਂ, ਸਾਨੂੰ ਸਿੱਖਣ ਵਾਲਾ ਮਨ ਦੇ ਅਤੇ ਜਿਹੜੇ ਸੁਣਦੇ ਨੇ ਉਹਨਾਂ ਦੇ ਹਿਰਦਿਆਂ ਨੂੰ ਕਾਇਲ ਕਰ, ਤਾਂ ਕਿ ਉਹ ਵੀ ਤੇਰੇ ਵਚਨ ਦੇ ਨਾਲ ਸੁਣ ਕੇ ਆਪਣੇ ਜੀਵਨਾਂ ਨੂੰ ਸਵਰਗ ਰਾਜ ਲਈ ਸੁਰੱਖਿਅਤ ਕਰ ਸਕਣ। ਆਪਣੇ ਦਾਸ ਨੂੰ ਬੁੱਧ ਦੇ ਸਮੇਂ ਦੇ, ਤਾਂ ਕਿ ਇਸ ਦਾ ਵਚਨ ਦਾ ਇਸਤੇਮਾਲ ਤੇਰੀ ਮਹਿਮਾ, ਤੇਰੀ ਵਡਿਆਈ ਲਈ ਹੋ ਸਕੇ। ਸਾਰਾ ਆਦਰ ਮਾਣ ਮਹਿਮਾ ਆਪ ਨੂੰ ਦਿੰਦੇ ਹੋਏ ਇਹ ਬੇਨਤੀ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਤੇ ਸਮਰਥੀ ਨਾਮ ਵਿੱਚ ਹੋ ਕੇ ਮੰਗਦੇ ਹਾਂ, ਆਮੀਨ। ਪਿਆਰੇ ਅਜ਼ੀਜ਼, ਮੇਰਾ ਰੂਬਰੂ ਹੋਣਾ ਆਪ ਸਭ ਦੇ ਨਾਲ ਇੱਕ ਖਾਸ ਮਕਸਦ ਦੇ ਨਾਲ ਸੀ। ਜਦ ਕਿ ਇਹਨਾਂ ਦਿਨਾਂ ਦੇ ਵਿੱਚ ਸਿਹਤ ਦੇ ਠੀਕ ਹੋਣ ਨਾ ਕਾਰਨ ਮੈਂ ਕਾਫੀ ਸਮੇਂ ਤੋਂ ਦੂਰ ਰਿਹਾ। ਇਹਦਾ ਕਾਰਨ ਇਹ ਸੀ ਕਿ ਬਹੁਤ ਸਾਰੀਆਂ ਗੱਲਾਂ ਇਸ ਸਮੇਂ 25 ਦਸੰਬਰ ਦੇ ਬਾਰੇ ਮੈਂ ਸੁਣ ਰਿਹਾ ਸਾਂ ਅਤੇ ਮੇਰੇ ਕੋਲ ਪਹੁੰਚ ਵੀ ਰਹੀਆਂ ਨੇ। ਕਈ ਲੋਕ ਇਸ ਗੱਲ ਨੂੰ ਕਹਿੰਦੇ ਨੇ ਕਿ ਜਿਹੜੇ ਨਵੇਂ ਜਨਮ ਪਾਏ ਹੋਏ ਲੋਕ ਨੇ ਉਹ ਕ੍ਰਿਸਮਸ ਦੇ ਵਿੱਚ ਹਿੱਸਾ ਨਾ ਲੈਣ ਅਤੇ ਨਾ ਉਸ ਦੇ ਵਿੱਚ ਜਾਣ। ਦੂਸਰੀ ਗੱਲ, ਨਵੇਂ ਜਨਮੇ ਲੋਕਾਂ ਨੂੰ ਕਰਨਾ ਕੀ ਚਾਹੀਦਾ ਹੈ? ਪਰਮੇਸ਼ਰ ਦੀ ਬਾਣੀ ਕੀ ਕਹਿੰਦੀ ਹੈ? ਇੱਥੇ ਗੱਲ ਕ੍ਰਿਟਿਸਿਜ਼ਮ ਦੀ ਆਉਂਦੀ ਹੈ, ਇੱਕ ਨਿੰਦਿਆ ਪੱਖ ਦੀ ਆਉਂਦੀ ਹੈ, ਤੇ ਉਸ ਨੂੰ ਅਸੀਂ ਸਮਝਣਾ ਹੈ। ਕਈ ਜਗ੍ਹਾ ਦੇ ਉੱਤੇ ਇਸ ਨੂੰ ਵੱਡਾ ਦਿਨ ਕਹਿ ਕੇ ਸੰਬੋਧਿਤ ਕਰਦੇ ਆ, ਕਈ ਜਗ੍ਹਾ ਦੇ ਵਿੱਚ ਇਸ ਨੂੰ ਮਸੀਹ ਦਾ ਮਹੀਨਾ ਕਰਕੇ ਜਾਣਦੇ ਆ। ਕਈ ਲੋਕ ਇਸ ਦੇ ਵਿੱਚ ਇਸ ਤਰੀਕੇ ਨਾਲ ਜਾਣਦੇ ਆ ਕਿ ਇਸ ਸਮੇਂ ਮਸੀਹ ਦਾ ਜਨਮ ਹੋਇਆ ਸੀ। ਬਹੁਤ ਸਾਰੀਆਂ ਗੱਲਾਂ ਨੇ, ਪਰ ਇਹਨਾਂ ਦਾ ਪ੍ਰਤੀ ਉੱਤਰ ਸਾਨੂੰ ਬਾਈਬਲ ਹੀ ਦਿੰਦੀ ਹੈ। ਮਨੁੱਖਤਾ ਇਸ ਦਾ ਜਵਾਬ ਨਹੀਂ ਦੇ ਸਕਦੀ ਹੈ। ਪਰ ਮੈਂ ਆਪ ਦੇ ਨਾਲ ਕੁਝ ਗੱਲਾਂ ਇਸ ਸਮੇਂ ਦੇ ਵਿੱਚ ਸਾਂਝੀਆਂ ਕਰਾਂਗਾ। ਅਗਰ ਪ੍ਰਭੂ ਨੇ ਮੈਨੂੰ ਆਪਣੀ ਕਿਰਪਾ ਦੇ ਨਾਲ ਵਚਨ ਦੇ ਵਿੱਚ ਤਗੜਾਈ ਦਿੱਤੀ ਤਾਂ ਮੈਂ ਆਪ ਦੇ ਨਾਲ ਰੂਬਰੂ ਲਗਾਤਾਰ ਹੋਵਾਂਗਾ। ਉਸ ਦੇ ਲਈ ਮੈਂ ਪ੍ਰਾਰਥਨਾ ਵੀ ਕਰਾਂਗਾ, ਤੇ ਜਿਹੜੇ ਪ੍ਰਭੂ ਨੂੰ ਜਾਣਦੇ ਹੋ ਵੀ ਪ੍ਰਾਰਥਨਾ ਦੇ ਵਿੱਚ ਯਾਦ ਰੱਖਣ। ਮੇਰਾ ਅੱਜ ਦਾ ਜੋ ਖਾਸ ਵਿਸ਼ਾ ਹੈ ਇਸ ਵਿਸ਼ੇ ਦੇ ਨਾਲ, ਉਹ ਹੈ ਪ੍ਰਭੂ ਦੇ ਵਚਨ ਆਫਸੀਆਂ ਦੀ ਪੁਸਤਕ 5 ਅਧਿਆਏ ਉਸ ਦੀ 16 ਆਇਤ ਦੇ ਵਿੱਚ। ਇੱਥੇ ਲਿਖਿਆ ਹੈ, ਅਵਸਰ ਨੂੰ, ਸਮੇਂ ਨੂੰ ਬਹੁਮੁੱਲਾ ਸਮਝੋ ਕਿਉਂਕਿ ਦਿਨ ਬੁਰੇ ਹੈ। Making the most of your time because the day are evil। ਪੌਲਸ ਰਸੂਲ ਆਫਸੀਆਂ ਦੀ ਪੁਸਤਕ ਜਦੋਂ ਲਿਖ ਰਿਹਾ ਹੈ ਤਾਂ ਉਹ ਪਰਮੇਸ਼ਰ ਦੇ ਲੋਕਾਂ ਨੂੰ ਇੱਕ ਗੱਲ ਕਹਿ ਰਿਹਾ ਹੈ, ਤੁਸੀਂ ਪਰਮੇਸ਼ਰ ਦੇ ਪਿਆਰੇ ਬੱਚੇ ਹੋ, ਤੁਸੀਂ ਉਸ ਦੇ ਸਦ੍ਰਿਸ਼ ਬਣੋ, ਉਸ ਦੇ ਸਦ੍ਰਿਸ਼ ਬਣੋ। ਜਦੋਂ ਫਿਲਿੱਪੀਆਂ ਦੀ ਪੁਸਤਕ ਪੜ੍ਹਦੇ ਆ ਤਾਂ ਉਹਦੇ ਵਿੱਚ ਪੌਲਸ ਰਸੂਲ ਕੁਝ ਇਸ ਤਰ੍ਹਾਂ ਕਹਿੰਦਾ ਹੈ ਕਿ ਜਿਸ ਤਰ੍ਹਾਂ ਮਸੀਹ ਯਿਸੂ ਦਾ ਸੁਭਾਅ ਸੀ,
ਉਸੇ ਤਰ੍ਹਾਂ ਤੁਹਾਡਾ ਵੀ ਹੋਵੇ। ਹੁਣ ਇੱਥੇ ਸਮੇਂ ਦੀ ਗੱਲ ਕੀਤੀ ਜਾ ਰਹੀ ਹੈ ਔਰ ਇਸ ਸਮੇਂ ਦੀ ਗੱਲ ਬੜੀ ਹੀ ਅਦਭੁਤ ਔਰ ਬਹੁਮੁੱਲੀ ਗੱਲ ਹੈ। ਇਹਨੂੰ ਸਮਝਣਾ ਅਤੇ ਜਾਣਨਾ ਜ਼ਰੂਰੀ ਹੈ, ਕਿਉਂਕਿ ਪੌਲਸ ਰਸੂਲ ਕਹਿ ਰਿਹਾ ਹੈ ਅਵਸਰ ਨੂੰ ਬਹੁਮੁੱਲਾ ਸਮਝੋ। ਇਸ ਸਮੇਂ ਸਾਡੇ ਆਲੇ ਦੁਆਲੇ ਦਾ ਮਾਹੌਲ ਜਿਹੜਾ ਹੈ ਉਹ ਮਸੀਹ ਦੇ ਬਾਰੇ ਵਿੱਚ ਬਹੁਤ ਸਾਰੀਆਂ ਗੱਲਾਂ ਅਤੇ ਚਰਚਾ ਹੋ ਰਹੀ, ਪਰ ਇੱਕ ਵਿਸ਼ਵਾਸੀ ਨੂੰ, ਇੱਕ ਨਵੇਂ ਜਨਮੇ ਵਿਅਕਤੀ ਨੂੰ ਕਰਨਾ ਕੀ ਹੈ? ਅਸੀਂ ਇਹ ਨਹੀਂ ਕਹਿੰਦੇ ਕਿ ਤੁਸੀਂ ਇਹ ਕੰਮ ਕਰੋ, ਬਟ ਸਾਨੂੰ ਇੱਕ ਉਦੇਸ਼ ਪਤਾ ਹੈ, ਸਾਨੂੰ ਇੱਕ ਜ਼ਿੰਮੇਵਾਰੀ, ਜੋ ਵਿਸ਼ਵਾਸੀ ਹੈ ਜਿਹਨੇ ਨਵਾਂ ਜਨਮ ਪਾਇਆ ਉਹਨੂੰ ਇੱਕ ਆਪਣਾ ਜ਼ਿੰਮੇਵਾਰੀ ਦਾ ਪਤਾ ਹੈ। ਉਹ ਜ਼ਿੰਮੇਵਾਰੀ ਕੀ ਹੈ ਕਿ ਜਾਓ, ਜਾ ਕੇ ਸਰਵੱਚ ਸ੍ਰਿਸ਼ਟੀ ਦੇ ਵਿੱਚ ਖੁਸ਼ਖਬਰੀ ਦਾ ਪ੍ਰਚਾਰ ਕਰੋ। ਪੌਲਸ ਰਸੂਲ ਇਸ ਨੂੰ ਇਸ ਤਰ੍ਹਾਂ ਆਪਣੇ ਜੀਵਨ ਦੇ ਵਿੱਚ ਕਹਿੰਦਾ ਹੈ ਕਿ ਜਿੱਥੇ ਮੈਨੂੰ ਮੌਕਾ ਮਿਲਦਾ ਹੈ ਉੱਥੇ ਮੈਂ ਅੰਜੀਲ ਦਾ ਪ੍ਰਚਾਰ ਕਰਦਾ। ਕ੍ਰਿਟਿਸਿਜ਼ਮ ਨਹੀਂ, ਮੈਂ ਪ੍ਰਚਾਰ ਕਰਦਾ। ਮਤਲਬ ਉਸ ਮਾਹੌਲ ਨੂੰ, ਉਸ ਸਮੇਂ ਨੂੰ ਮੈਂ ਆਪਣੇ ਲਈ ਖੁਸ਼ਖਬਰੀ ਦਾ ਮੌਕਾ ਭਾਲ ਲੈਂਦਾ ਹਾਂ। ਇਹ ਸਮਾਂ ਮੇਰੇ ਪਿਆਰਿਓ ਕ੍ਰਿਟਿਸਿਜ਼ਮ ਦਾ ਨਹੀਂ, ਬਲਕਿ ਪ੍ਰਭੂ ਦੇ ਰਾਜ ਦੀਆਂ ਗੱਲਾਂ ਨੂੰ, ਜਿਸ ਦੇ ਲਈ ਪ੍ਰਭੂ ਇਸ ਦੁਨੀਆ ਦੇ ਵਿੱਚ ਆਇਆ, ਉਸ ਨੂੰ ਦੱਸਣ ਦਾ ਹੈ। ਜਿਹੜੇ ਲੋਕ ਇਸ ਤਰ੍ਹਾਂ ਕਰ ਰਹੇ ਆ, ਜਿਹੜੇ ਲੋਕ ਇਸ ਦੁਨੀਆ ਦੇ ਵਿੱਚ ਮਸੀਹ ਦੇ ਜਨਮ ਦੀ ਗੱਲ ਕਰ ਰਹੇ ਆ ਕਿ ਉਹ ਇਸ ਦਿਨ ਜੰਮੇ, ਉਹਨਾਂ ਨੂੰ ਵੀ ਖੁਸ਼ਖਬਰੀ ਸੁਣਾਉਣ ਦਾ ਮੌਕਾ ਹੈ ਤੁਹਾਡੇ ਕੋਲ। ਉਹਨਾਂ ਨੂੰ ਵੀ ਪਰਮੇਸ਼ਵਰ ਦੀ ਕਿੰਗਡਮ, ਹੋਲੀ ਹੈਵਨਲੀ ਕਿੰਗਡਮ ਦਾ ਆਪ ਨੂੰ ਗੋਸਪਲ, ਸੁਸਮਾਚਾਰ ਸੁਣਾਉਣ ਦਾ ਮੌਕਾ ਹੈ। ਔਰ ਇਹ ਮੌਕਾ ਸਾਨੂੰ ਖੁੰਝਣਾ ਨਹੀਂ ਚਾਹੀਦਾ ਹੈ। ਜਿਵੇਂ ਪਰਮੇਸ਼ਵਰ ਨੇ ਆਪਣੇ ਸਮੇਂ ਦੇ ਉੱਤੇ ਸਭ ਗੱਲਾਂ ਕੀਤੀਆਂ, ਜਿਵੇਂ ਪੌਲਸ ਆਪਣੇ ਜੀਵਨ ਦੇ ਵਿੱਚ ਕਰਦਾ ਸੀ, ਮੈਂ ਆਪ ਨੂੰ ਉਸ ਦੀ ਪਹਿਲੀ ਗੱਲ ਆਪ ਦੇ ਨਾਲ ਵੰਡਣ ਜਾ ਰਿਹਾ ਹਾਂ, ਜਿਹੜੀ ਪੌਲਸ ਰਸੂਲ ਨੇ ਕੀਤੀ। ਅਵਸਰ ਨੂੰ ਬਹੁਮੁੱਲਾ ਸਮਝਿਆ। ਉਹ ਅਵਸਰ ਕੀ ਸੀ? ਮੇਰੇ ਨਾਲ ਅਸੀਂ ਪਹਿਲਾ ਤਿਮੋਥੀਅਸ ਉਹਦਾ 2 ਅਧਿਆਇ ਉਹਦੀ 6 ਆਇਤ ਨੂੰ ਮੈਂ ਆਪ ਲਈ ਪੜ੍ਹਦਾ ਹਾਂ। ਇੱਥੇ ਲਿਖਿਆ ਹੈ, ਜਿਸ ਨੇ ਆਪਣੇ ਆਪ ਨੂੰ ਸਭ ਦੇ ਛੁਟਕਾਰੇ ਦੇ ਮੁੱਲ ਲਈ ਦੇ ਦਿੱਤਾ, ਤਾਂ ਕਿ ਉਸ ਦੀ ਗਵਾਹੀ ਠੀਕ ਸਮੇਂ ਉੱਤੇ ਦਿੱਤੀ ਜਾਵੇ। ਇਹ ਸਮਾਂ ਹੈ ਇੱਕ ਠੀਕ, ਜਿੱਥੇ ਦੁਨੀਆ ਦੇ ਲੋਕ, ਸਾਰੀ ਦੁਨੀਆ ਦੇ ਲੋਕ ਇਹ ਸਮਝਦੇ ਬੜਾ ਦਿਨ, ਇਹ ਮਸੀਹ ਦੇ ਜਨਮ ਦਾ ਦਿਨ। ਸਾਨੂੰ ਉੱਥੇ ਦੱਸਣ ਦੀ ਲੋੜ ਹੈ। ਜੇ ਮੈਨੂੰ ਪਤਾ ਹੈ ਮੇਰੇ ਪ੍ਰਭੂ ਨੇ ਇਸ ਦੁਨੀਆ ਦੇ ਵਿੱਚ ਆ ਕੇ ਯਹੂਦੀ ਲੋਕਾਂ ਦੇ ਵਿੱਚ ਜਾ ਕੇ ਉਹਨਾਂ ਦੇ ਨਾਲ ਪ੍ਰਚਾਰ ਕੀਤਾ। ਪ੍ਰਭੂ ਯਿਸੂ ਮਸੀਹ ਨੇ ਉਹਨਾਂ ਨਾਲ ਕ੍ਰਿਟਿਸਿਜ਼ਮ ਨਹੀਂ ਕੀਤਾ, ਉਹਨਾਂ ਨੇ ਪ੍ਰਭੂ ਦੇ ਨਾਲ ਕ੍ਰਿਟਿਸਿਜ਼ਮ ਕੀਤਾ, ਉਹਨੂੰ ਫਸਾਉਣ ਦੀ ਕੋਸ਼ਿਸ਼ ਕੀਤੀ। ਪਰ ਪ੍ਰਭੂ ਪਰਮੇਸ਼ਰ ਦੇ ਵੱਲੋਂ ਸਭ ਗੱਲਾਂ ਦਾ ਜਾਣੂ ਹੋ ਕੇ ਸਾਡੇ ਵਿੱਚ ਸੀ। ਉਹ ਬੜੇ ਹੀ ਨਮਰਤਾ ਦੇ ਨਾਲ, ਬੜੀ ਹੀ ਧੀਰਜਤਾ ਦੇ ਨਾਲ ਉਹਨਾਂ ਨੂੰ ਪ੍ਰਤੀ ਉੱਤਰ ਦਿੰਦਾ ਸਾਂ, ਤੇ ਉਹਨਾਂ ਦੇ ਵਿੱਚ ਲੜਾਈ ਜਾਂ ਝਗੜਾ ਨਹੀਂ, ਬਲਕਿ ਉਹ ਉੱਥੋਂ ਚੁੱਪਚਾਪ ਚਲੇ ਜਾਂਦੇ ਸਨ। ਮੇਰੇ ਅਤੇ ਆਪ ਕੋਲ ਵੀ ਇਹ ਹੋਣਾ ਚਾਹੀਦਾ ਹੈ, ਕਿਉਂਕਿ ਅਸੀਂ ਮਸੀਹ ਯਿਸੂ ਦੇ ਚੇਲੇ ਹਾਂ। ਮੇਰੇ ਪ੍ਰਭੂ ਨੇ ਇੱਥੇ ਇੱਕ ਬਹੁਤ ਸੁੰਦਰ ਸਮਾਂ ਯਹੂਦੀਆਂ ਦੇ ਵਿੱਚ, ਪਰਾਈਆਂ ਕੌਮਾਂ ਦੇ ਵਿੱਚ, ਯੂਨਾਨੀਆਂ ਦੇ ਵਿੱਚ, ਸੁਤੰਤਰ ਸੈਨਾਨੀਆਂ ਦੇ ਵਿੱਚ ਬਤੀਤ ਕੀਤਾ। ਉਸ ਨੇ ਉਹਨਾਂ ਦੇ ਵਿੱਚ ਪਰਮੇਸ਼ਰ ਦੇ ਰਾਜ ਦੀ ਖੁਸ਼ਖਬਰੀ ਦਾ ਪ੍ਰਚਾਰ ਕੀਤਾ। ਤੇ ਅੱਜ ਮੇਰਾ ਅਤੇ ਆਪ ਦਾ ਕੀ ਵਿਸ਼ਾ ਕੀ ਹੈ? ਮੇਰੇ ਅਤੇ ਆਪ ਦੇ ਕੋਲ ਹੈ ਕਿ ਜੋ ਅਸੀਂ ਦੇਣਾ ਹੈ, ਜੋ ਪਰਮੇਸ਼ਰ ਨੇ ਮੈਨੂੰ ਦਿੱਤਾ ਉਹ ਮੈਂ ਦੇਣਾ ਹੈ। ਉਹ ਹੈ ਪਰਮੇਸ਼ਰ ਦੀ ਖੁਸ਼ਖਬਰੀ। ਉਹ ਖੁਸ਼ਖਬਰੀ
ਜਿਹੜੀ ਅੱਜ ਤੋਂ 2021 ਸਾਲ ਪਹਿਲਾਂ ਪਰਮੇਸ਼ਰ ਨੇ ਸਾਡੇ ਵਿੱਚ ਯਿਸੂ ਮਸੀਹ ਦੇ ਰਾਹੀਂ ਦਿੱਤੀ, ਉਸ ਨੂੰ ਉਹਨਾਂ ਦੇ ਵਿੱਚ ਆਪਣੇ ਜੀਵਨ ਦੀ ਗਵਾਹੀ ਦੇ ਨਾਲ ਪ੍ਰਗਟ ਕਰਨਾ। ਕਿਉਂਕਿ ਬਾਈਬਲ ਦੱਸਦੀ ਹੈ ਹਰ ਇੱਕ ਵਿਸ਼ਵਾਸੀ ਜਿਹੜਾ ਨਵਾਂ ਜਨਮ ਪਾਇਆ ਹੈ ਉਹ ਮਸੀਹ ਦੀ ਅੰਜੀਲ ਹੈ, ਤੇ ਅੰਜੀਲ ਜ਼ਿੰਦਾ ਹੈ। ਉਹ ਜ਼ਿੰਦਾ ਹੈ ਤਾਂ ਜ਼ਿੰਦਾ ਹੀ ਗਵਾਹੀ ਦਿੰਦੀ ਹੈ। ਉਹ ਕਿਸੇ ਦਾ ਵਿਰੋਧ ਨਹੀਂ ਕਰਦੀ, ਉਹ ਕਿਸੇ ਦਾ ਕ੍ਰਿਟਿਸਿਜ਼ਮ ਨਹੀਂ ਕਰਦੀ, ਉਹ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੀ ਹੈ। ਮੇਰੇ ਕੋਲ ਕੋਈ ਆਉਂਦਾ ਹੈ ਤਾਂ ਮੈਂ ਉਹਦਾ ਵਿਰੋਧ ਨਹੀਂ ਕਰਦਾ, ਮੈਂ ਉਹਨੂੰ ਪਰਮੇਸ਼ਰ ਦੇ ਵਚਨ ਦੀ ਸੱਚਾਈ ਦੱਸਦਾ। ਸੱਚਾਈ ਇਹ ਹੈ, ਜਿਹੜਾ ਮੰਨ ਲੈਂਦਾ ਹੈ ਉਹ ਬਚ ਜਾਂਦਾ ਹੈ, ਜਿਹੜਾ ਨਹੀਂ ਮੰਨਦਾ ਉਹ ਆਪਣੇ ਆਪ ਦੇ ਲਈ ਪਰਮੇਸ਼ਰ ਦੇ ਉਸ ਨਿਆਂ ਦੇ ਵਿੱਚ ਸੁਰੱਖਿਅਤ ਹੋ ਜਾਂਦਾ ਹੈ, ਜਿੱਥੇ ਪਰਮੇਸ਼ਰ ਨੇ ਕਿਹਾ ਹੈ ਪਾਪ ਦੀ ਮਨਜ਼ੂਰੀ ਮੌਤ। ਬਹੁਤ ਹੀ ਸਧਾਰਨ ਅਤੇ ਸਿੰਪਲ ਹੈ। ਇਸ ਲਈ ਜਦੋਂ ਅਸੀਂ ਤਿਮੋਥੀਅਸ ਦੀ ਪੁਸਤਕ ਨੂੰ ਪੜ੍ਹਦੇ ਹਾਂ ਤਾਂ ਉਸ ਵਿੱਚ ਇਹ ਗੱਲ ਆਉਂਦੀ ਹੈ ਕਿ ਜਿਸ ਨੇ ਆਪਣੇ ਆਪ ਨੂੰ ਛੁਟਕਾਰੇ ਦੇ ਲਈ ਮੁੱਲ ਦੇ ਦਿੱਤਾ। ਪਹਿਲੀ ਗੱਲ, ਮੈਨੂੰ ਇੱਥੇ ਕ੍ਰਿਟਿਸਿਜ਼ਮ ਕਰਨ ਦੀ ਲੋੜ ਨਹੀਂ। ਜਿਸ ਨੇ, ਪੌਲੁਸ ਰਸੂਲ ਕਹਿ ਰਿਹਾ ਜਿਸ ਨੇ ਕਿਸ ਨੇ? ਪ੍ਰਭੂ ਯਿਸੂ ਮਸੀਹ ਨੇ। ਉਸ ਤੋਂ ਬਾਅਦ ਲਿਖਿਆ ਛੁਟਕਾਰੇ ਦੇ ਲਈ ਮੁੱਲ ਦੇ ਦਿੱਤਾ। ਯਿਸੂ ਮਸੀਹ ਨੇ ਸਾਡੇ ਪਾਪਾਂ ਤੋਂ ਸਾਨੂੰ ਬਚਾਉਣ ਦੇ ਲਈ ਆਪਣੇ ਜੀਵਨ ਦੇ ਇੱਕ ਇੱਕ ਪਲ ਨੂੰ ਪਾਪੀ ਮਨੁੱਖ ਦੇ ਛੁਟਕਾਰੇ ਲਈ ਮੁੱਲ ਦੇ ਦਿੱਤਾ। ਇਹ ਦੱਸਣ ਦੀ ਲੋੜ ਹੈ। ਔਰ ਇਹਦੇ ਲਈ ਅੱਗੇ ਪੌਲੁਸ ਕੀ ਕਹਿੰਦਾ ਹੈ? ਤਾਂ ਕਿ ਉਸ ਦੀ ਗਵਾਹੀ ਠੀਕ ਸਮੇਂ ਪਰ ਦਿੱਤੀ ਜਾਵੇ। ਲੋਕ ਇੱਕ ਦੂਸਰੇ ਨੂੰ ਗਿਫਟ ਦੇ ਰਹੇ, ਜੇ ਗਿਫਟ ਦੇ ਰਹੇ ਤਾਂ ਉਸ ਗਿਫਟ ਨੂੰ ਵੀ ਤੁਸੀਂ ਖੁਸ਼ਖਬਰੀ ਬਣਾ ਲਓ। ਦੇਖੋ ਤੁਸੀਂ ਮੈਨੂੰ ਗਿਫਟ ਦਿੱਤਾ, ਬਹੁਤ ਅੱਛੀ ਗੱਲ ਹੈ, ਔਰ ਮੈਂ ਇਹ ਸੋਚਦਾ ਕਿ ਇਹ ਗਿਫਟ ਸ਼ਾਇਦ ਜੋ ਮੈਂ ਚਾਹੁੰਦਾ ਉਹੀ ਹੋਵੇ। ਪਰਮੇਸ਼ਰ ਨੇ ਵੀ ਮੇਰੇ ਅਤੇ ਆਪ ਦੇ ਲਈ ਗਿਫਟ ਦਿੱਤਾ ਹੈ। ਮੇਰੇ ਲਈ ਉਹ ਖੁਸ਼ਖਬਰੀ ਦਾ ਇੱਕ ਵਿਚਾਰ ਬਣ ਜਾਣਾ ਚਾਹੀਦਾ ਹੈ। ਪੌਲੁਸ ਰਸੂਲ ਜਦੋਂ ਰਸੂਲਾਂ ਦੇ ਕਰਤੱਵ 20 ਅਧਿਆਏ ਨੂੰ ਅਸੀਂ ਪੜ੍ਹਦੇ ਹਾਂ ਤਾਂ ਉਸ ਦੇ ਵਿੱਚ ਉਹ ਬਜ਼ੁਰਗਾਂ ਨੂੰ ਕਲੀਸਿਆ ਦੀ ਰਖਵਾਲੀ ਦੇ ਨਿਯਮ ਦਿੰਦਾ ਹੈ, ਤੇ ਉਹਦੇ ਵਿੱਚ ਉਹ ਸਮਝਾਉਂਦਾ ਹੈ ਕਿ ਮੈਂ ਖੁਸ਼ਖਬਰੀ ਨੂੰ ਸੁਣਾਉਣ ਦਾ ਹਰ ਇੱਕ ਮੌਕਾ ਨਹੀਂ ਖੋਇਆ। ਉਹ ਮੈਂ ਦਿੱਤਾ, ਚਾਹੇ ਮੇਰੇ ਉੱਤੇ ਤਸੀਹੇ ਆਏ, ਚਾਹੇ ਕਿਸੇ ਨੇ ਮੇਰੇ ਤੇ ਦੋਸ਼ ਲਾਏ, ਚਾਹੇ ਕੁਝ ਵੀ ਕੀਤਾ, ਮੈਂ ਹਰ ਇੱਕ ਮੌਕੇ ਦੇ ਵਿੱਚ ਪਰਮੇਸ਼ਰ ਦੇ ਪੁੱਤਰ ਦੀ ਗਵਾਹੀ ਨੂੰ ਦਿੱਤਾ। ਮੇਰੇ ਪਿਆਰੇ ਭਾਈ ਅਤੇ ਭੈਣ, ਜਿਨ੍ਹਾਂ ਨੇ ਨਵਾਂ ਜਨਮ ਪਾਇਆ ਹੈ, ਜਿਨ੍ਹਾਂ ਨੂੰ ਪਤਾ ਹੈ ਕਿ ਯਿਸੂ ਮਸੀਹ ਇਸ ਦੁਨੀਆ ਦੇ ਵਿੱਚ ਕਿਉਂ ਆਇਆ, ਬਰਾਏ ਮਿਹਰਬਾਨੀ ਉਹ ਕ੍ਰਿਟਿਸਿਜ਼ਮ ਨਾ ਕਰਨ। ਉਹ ਇਸ ਸਮੇਂ ਨੂੰ ਮਸੀਹ ਦੀ ਖੁਸ਼ਖਬਰੀ ਦਾ ਬਹੁਮੁੱਲਾ ਅਵਸਰ ਸਮਝ ਕੇ ਉਸ ਦੀ ਖੁਸ਼ਖਬਰੀ ਦਾ ਪ੍ਰਚਾਰ ਕਰਨ, ਤਾਂ ਕਿ ਪ੍ਰਭੂ ਦਾ ਰਾਜ ਫੈਲੇ, ਪ੍ਰਭੂ ਦਾ ਰਾਜ ਵਧੇ। ਪ੍ਰਭੂ ਦਾ ਰਾਜ ਦਾ ਮਤਲਬ ਕੀ ਹੈ? ਹੋਲੀ ਕਿੰਗਡਮ, ਪਵਿੱਤਰ ਰਾਜ, ਜਿਸ ਵਿੱਚ ਪਰਮੇਸ਼ਰ ਨੇ ਆਪਣੀ ਸ਼ਾਂਤੀ ਨੂੰ ਸਾਡੇ ਵਿੱਚ ਕਾਇਮ ਕੀਤਾ ਮਸੀਹ ਯਿਸੂ ਦੇ ਰਾਹੀਂ। ਅਸੀਂ ਸਭ ਅਸ਼ਾਂਤ ਸੀ, ਔਰ ਇਸ ਗੱਲ ਦੇ ਵਿੱਚ ਮੈਂ ਆਪ ਨੂੰ ਇੱਕ ਖਾਸ ਗੱਲ ਦੱਸਣਾ ਚਾਹੁੰਦਾ ਹਾਂ। ਉਹ ਖਾਸ ਗੱਲ ਕੀ ਹੈ? ਜਿਹੜੀ ਗਵਾਹੀ ਪਰਮੇਸ਼ਰ ਨੇ ਠੀਕ ਸਮੇਂ ਦੇ ਉੱਤੇ ਸਾਡੇ ਵਿੱਚ ਦਿੱਤੀ, ਉਸ ਦੇ ਬਾਰੇ ਮੈਂ ਆਪ ਦੇ ਨਾਲ ਗੱਲ ਕਰਨਾ ਚਾਹੁੰਦਾ ਹਾਂ। ਮਤੀ ਰਚੀ ਸੁਸਮਾਚਾਰ ਉਸ ਦੇ 20 ਅਧਿਆਏ ਉਸ ਦੀ 28 ਆਇਤ ਵਿੱਚ ਪਰਮੇਸ਼ਵਰ ਪੁੱਤਰ ਇਸ ਤਰ੍ਹਾਂ ਕਹਿੰਦਾ ਹੈ 20 ਦਾ 28 ਦੇ ਵਿੱਚ, ਜਿਵੇਂ ਕਿ ਮਨੁੱਖ ਦਾ ਪੁੱਤਰ
ਉਹ ਇਸ ਲਈ ਨਹੀਂ ਆਇਆ ਕਿ ਸੇਵਾ ਟਹਿਲ ਕੀਤੀ ਜਾਵੇ, ਪਰ ਇਸ ਲਈ ਆਇਆ ਕਿ ਆਪ ਸੇਵਾ ਟਹਿਲ ਕਰੇ ਅਤੇ ਬਹੁਤਿਆਂ ਦੀ ਛੁਡੌਤੀ ਦੇ ਲਈ ਪ੍ਰਾਣ ਦੇਵੇ। ਪ੍ਰਭੂ ਯਿਸੂ ਮਸੀਹ ਨੇ ਵੀ ਸਮੇਂ ਨੂੰ, ਅਵਸਰ ਨੂੰ ਬਹੁਮੁੱਲਾ ਸਮਝ ਕੇ ਆਪਣੇ ਚੇਲਿਆਂ ਦੇ ਵਿੱਚ, ਆਪਣੇ ਲੋਕਾਂ ਦੇ ਵਿੱਚ ਇਹ ਪ੍ਰਚਾਰ ਕੀਤਾ, ਮਨਾਤੀ ਕਰ ਦਿੱਤੀ। ਇਹ ਮਨਾਤੀ ਹੈ। ਉਹ ਕਹਿੰਦਾ ਸੇਵਾ ਟਹਿਲ ਕਰ ਨਹੀਂ ਆਇਆ, ਉਹ ਕ੍ਰਿਟਿਸਿਜ਼ਮ ਕਰ ਨਹੀਂ ਆਇਆ। ਜੇ ਉਹ ਕ੍ਰਿਟਿਸਿਜ਼ਮ ਕਰਦਾ, ਵਿਰੋਧ ਕਰਦਾ, ਤਾਂ ਉਹਦੀ ਲਾਈਫ ਹੀ ਖਤਮ ਹੋ ਜਾਂਦੀ ਇਹਦੇ 'ਚ, ਕਿਉਂਕਿ ਆਰਗੂਮੈਂਟ ਬਹੁਤ ਹੈ। ਕੋਈ ਵਿਅਕਤੀ ਸਹੀ ਖੁਸ਼ਖਬਰੀ ਦਾ ਪ੍ਰਚਾਰ ਕਰਨ ਵਾਲਾ ਇੱਕ ਹੈ, ਇੱਕ ਵਿਅਕਤੀ ਨੂੰ ਬਚਾ ਲੈਂਦਾ ਹੈ, ਤਾਂ ਸਵਰਗ ਦੇ ਵਿੱਚ ਲਿਖਿਆ ਹੈ ਖੁਸ਼ੀਆਂ ਮਨਾਈਆਂ ਜਾਂਦੀਆਂ। ਮੇਰੇ ਭਾਈ ਅਤੇ ਭੈਣ, ਇਹ ਕੰਮ ਦਾ ਨਿਆਂ ਸਾਡਾ ਨਹੀਂ, ਪਰਮੇਸ਼ਰ ਦਾ ਹੈ। ਬਾਈਬਲ ਦੇ ਵਿੱਚ ਲਿਖਿਆ ਹੈ, ਕ੍ਰੋਧ ਨੂੰ ਜਾਣ ਦਿਓ, ਉਹਨੂੰ ਅਵਸਰ ਨਾ ਦਿਓ, ਕਿਉਂਕਿ ਵੱਟਾ ਲੈਣਾ, ਨਿਆਂ ਕਰਨਾ ਪਰਮੇਸ਼ਰ ਦਾ ਕੰਮ ਹੈ। ਅਸੀਂ ਕਿਉਂ ਇਹ ਕੰਮ ਕਰੀਏ? ਅਸੀਂ ਜੋ ਸਾਨੂੰ ਦਿੱਤਾ ਗਿਆ ਹੈ, ਅਸੀਂ ਉਹ ਕੰਮ ਕਰੀਏ। ਉਹ ਕੀ ਹੈ? ਪਰਮੇਸ਼ਰ ਦੇ ਰਾਜ ਦਾ ਕਾਰਜ ਕਰਨਾ। ਉਹ ਰਾਜ ਕੀ ਹੈ? ਉਹਦੀ ਖੁਸ਼ਖਬਰੀ ਮੰਨਣਾ। ਉਹਦੀ ਖੁਸ਼ਖਬਰੀ ਕੀ ਹੈ? ਪਰਮੇਸ਼ਰ ਨੇ ਪਾਪੀਆਂ ਦੇ ਲਈ ਆਪਣਾ ਪਿਆਰਾ ਪੁੱਤਰ ਦੇ ਦਿੱਤਾ ਹੈ। ਜਿਹੜਾ ਕੋਈ ਮੰਨ ਲੈਂਦਾ ਹੈ ਕਿ ਯਿਸੂ ਮਸੀਹ ਮੇਰੇ ਪਾਪੀ ਲਈ ਮਾਰਿਆ ਗਿਆ, ਗੱਡਿਆ ਗਿਆ ਅਤੇ ਤੀਸਰੇ ਦਿਨ ਜੀ ਉੱਠਿਆ, ਮੇਰਾ ਪ੍ਰਭੂ ਹੈ, ਉਹ ਪਰਮੇਸ਼ਰ ਦੇ ਪਵਿੱਤਰ ਰਾਜ ਦਾ ਵਾਰਿਸ ਬਣ ਜਾਂਦਾ ਹੈ। ਇਹੋ ਕੰਮ ਪਰਮੇਸ਼ਰ ਨੇ ਮੈਨੂੰ ਤੇ ਆਪ ਨੂੰ ਦਿੱਤਾ ਹੈ, ਹੋਰ ਕੋਈ ਕੰਮ ਨਹੀਂ ਦਿੱਤਾ। ਮਤੀ ਰਚਿਤ ਸੁਸਮਾਚਾਰ ਉਹਦਾ 28 ਅਧਿਆਏ, ਉਹਦੀ 19 ਤੋਂ 20 ਆਇਤਾਂ ਦੇਖ ਲਓ। ਪ੍ਰਭੂ ਦੀ ਮਤਲਬ ਕੀ, ਹੋਲੀ ਕਮਿਸ਼ਨ ਕੀ ਆ, ਉੱਥੇ ਕੀ ਉਹ ਸਾਫ਼ ਹੀ ਲਿਖਿਆ ਹੈ। ਮਰਕੁਸ ਰਚਿਤ ਸੁਸਮਾਚਾਰ 16 ਅਧਿਆਏ, ਉਹਦੀ 15 ਆਇਤ ਪੜ੍ਹ ਲਓ, ਉਹਦੇ 'ਚ ਦੇਖ ਲਓ ਪ੍ਰਭੂ ਨੇ ਕੀ ਕਮਾਂਡ ਦਿੱਤੀ ਹੈ। ਅਸੀਂ ਕਿਹਨਾਂ ਗੱਲਾਂ ਦੇ ਵਿੱਚ ਚਲੇ ਗਏ ਹਾਂ? ਸਾਨੂੰ ਕੀ ਕਰਨਾ ਚਾਹੀਦਾ? ਅਸੀਂ ਇਹਨਾਂ ਦਿਨਾਂ ਦੇ ਵਿੱਚ, ਹੁਣ ਅਸੀਂ ਕਰੋਨਾ ਵਾਇਰਸ ਦੇ ਫੈਲਣ ਕਰਕੇ ਅਸੀਂ ਆਊਟਰੀਚ ਨਹੀਂ ਕਰ ਰਹੇ ਹਾਂ। ਨਹੀਂ ਤਾਂ ਸਾਡੀ ਹਰ ਸਾਲ ਇਸ ਸਮੇਂ ਦੇ ਵਿੱਚ ਅਸੀਂ ਇਸ ਅਵਸਰ ਦੇ ਵਿੱਚ ਉੱਦਾਂ ਅਸੀਂ ਆਊਟਰੀਚ ਕਰਦੇ ਹੀ ਰਹਿੰਦੇ ਹਾਂ, ਪਰ ਇਸ ਅਵਸਰ ਦੇ ਵਿੱਚ ਅਸੀਂ ਹਰ ਇੱਕ ਜਗ੍ਹਾ ਦੇ ਉੱਤੇ ਇਸ ਵਚਨ ਨੂੰ ਵੰਡਦੇ ਹਾਂ ਤੇ ਉਹਨਾਂ ਨੂੰ ਦੱਸਦੇ ਹਾਂ ਪ੍ਰਭੂ ਯਿਸੂ ਮਸੀਹ ਦਾ ਦੁਨੀਆ ਦੇ ਵਿੱਚ ਆਉਣ ਦਾ ਮਕਸਦ ਕੀ ਸੀ, ਤਾਂ ਕਿ ਲੋਕ ਜਾਣ ਸਕਣ। ਜੇ ਅਸੀਂ ਕ੍ਰਿਟਿਸਿਜ਼ਮ ਕਰ ਰਹੇ ਹਾਂ, ਜੇ ਅਸੀਂ ਆਪਣਾ ਗਲਤ ਪ੍ਰਚਾਰ ਕਰ ਰਹੇ ਹਾਂ, ਤਾਂ ਦੂਸਰੇ ਲੋਕ ਸਾਡੇ ਵਿੱਚ ਮਸੀਹ ਦੀ ਖੁਸ਼ਖਬਰੀ ਨੂੰ ਸੁਣਨਗੇ? ਕਦੇ ਵੀ ਨਹੀਂ। ਉਹ ਤਾਂ ਇਹ ਕਹਿਣਗੇ ਪਹਿਲਾਂ ਤੁਸੀਂ ਆਪਣੇ ਆਪ ਨੂੰ ਠੀਕ ਕਰੋ। ਮੇਰੇ ਪਿਆਰੇ ਅਸੀਸ, ਇਹ ਪਰਮੇਸ਼ਰ ਦੀ ਬਾਣੀ ਹੈ। ਇਸ ਕਰਕੇ ਪ੍ਰਭੂ ਯਿਸੂ ਮਸੀਹ ਨੇ ਜਦੋਂ ਇਹ ਗੱਲ ਕਹੀ ਕਿ ਉਹ ਬਹੁਤਿਆਂ ਦੀ ਛੁਡੌਤੀ ਦੇ ਲਈ ਆਪਣੀ ਜਾਨ ਨੂੰ ਦੇਵੇਗਾ, ਉਹ ਪਾਪਾਂ ਦੇ ਲਈ ਆਇਆ ਅਤੇ ਪਾਪੀ ਮਨੁੱਖ ਦੇ ਰਹਿਣ ਨੂੰ ਚੁਕਾਉਣ ਦੇ ਲਈ ਕਾਲਵਰੀ ਕਰੂਸ ਦੇ ਉੱਤੇ ਮਾਰਿਆ ਗਿਆ ਅਤੇ ਪਾਪੀ ਨੂੰ ਜੀਵਨ ਦੇਣ ਦੇ ਲਈ ਮੁਰਦਿਆਂ ਵਿੱਚੋਂ ਜੀ ਉੱਠਿਆ। ਇਹ ਸੱਚਾਈ ਹੈ। ਇਸ ਸੱਚਾਈ ਨੂੰ ਮੈਂ ਆਪ ਨੇ ਫੈਲਾਉਣਾ ਹੈ। ਦੂਸਰਾ, ਅਸੀਂ ਕੀ ਦੇਖਦੇ ਹਾਂ? ਵਰਤਮਾਨ ਬੁਰੇ ਸਮੇਂ ਤੋਂ ਛੁਡਾਉਣਾ। ਇਹ ਬੁਰਾ ਸਮਾਂ ਹੈ। ਇਸ ਵਿੱਚ ਅਜਿਹਾ ਸਮਾਂ ਆ ਗਿਆ, ਹੁਣ ਐਮੀਕਰੋਨ ਆ ਗਿਆ, ਪਤਾ ਨਹੀਂ ਕਿਹੜਾ ਬਚਣਾ ਹੈ ਕਿਹੜਾ ਨਹੀਂ ਬਚਣਾ। ਲੇਕਿਨ ਜੋ ਪਰਮੇਸ਼ਰ ਨੇ ਮੈਨੂੰ ਅਤੇ ਆਪ ਨੂੰ ਜ਼ਿੰਮੇਦਾਰੀ, ਕ੍ਰਿਟਿਸਿਜ਼ਮ ਛੱਡ ਕੇ ਉਹ ਪ੍ਰਚਾਰ ਕਰਨਾ ਬੁਰੇ ਸਮੇਂ ਦੇ ਵਿੱਚ, ਉਹ ਕੀ ਹੈ? ਗਲਾਤੀਆਂ ਦੀ ਪੁਸਤਕ 1:4 ਮੈਂ ਆਪ ਦੇ ਲਈ ਪੜ੍ਹ ਰਿਹਾ ਹਾਂ। ਗਲਾਤੀਆਂ ਦੀ ਪੁਸਤਕ ਉਹਦਾ 1:4 ਦੇ ਵਿੱਚ ਪਰਮੇਸ਼ਰ ਦਾ ਦਾਸ ਪੌਲਸ ਇੱਥੇ ਕੀ ਕਹਿ ਰਿਹਾ ਹੈ? ਕਹਿ ਰਿਹਾ, ਉਸ ਨੇ ਆਪਣੇ ਆਪ ਨੂੰ ਸਾਡੇ ਪਾਪਾਂ ਲਈ ਦੇ ਦਿੱਤਾ, ਜਿਸ ਤੋਂ ਸਾਡੇ ਪਰਮੇਸ਼ਰ ਪਿਤਾ
ਦੀ ਇੱਛਾ ਅਨੁਸਾਰ ਇਸ ਵਰਤਮਾਨ ਬੁਰੇ ਸੰਸਾਰ ਤੋਂ ਛੁਡਾਵੇ। ਇਹਦਾ ਮਤਲਬ ਹਰ ਇੱਕ ਮਨੁੱਖ ਨੂੰ ਇਸ ਵਰਤਮਾਨ ਬੁਰੇ ਸੰਸਾਰ ਤੋਂ ਛੁਡਾਉਣ ਦੇ ਲਈ ਮੈਨੂੰ ਪਰਮੇਸ਼ਵਰ ਨੇ ਖੁਸ਼ਖਬਰੀ ਦਿੱਤੀ ਹੈ। ਇਹ ਹਰ ਇੱਕ ਤੱਕ ਪਹੁੰਚਾਣੀ ਹੈ, ਇਹ ਹਰ ਇੱਕ ਨੂੰ ਦੱਸਣੀ ਹੈ। ਜੇ ਅਸੀਂ ਇਹ ਨਹੀਂ ਦੱਸਦੇ, ਜੇ ਅਸੀਂ ਇਸ ਦਾ ਪ੍ਰਚਾਰ ਨਹੀਂ ਕਰਦੇ ਇਸ ਸਮੇਂ ਦੇ ਵਿੱਚ, ਮੇਰੇ ਪਿਆਰੇ ਅਜ਼ੀਜ਼, ਆਪ ਤੋਂ ਔਰ ਮੇਰੇ ਤੋਂ ਉਹ ਪਰਮੇਸ਼ਵਰ ਲੇਖਾ ਲਏਗਾ। ਤੁਹਾਨੂੰ ਪਤਾ ਸੀ, ਤੁਸੀਂ ਦੱਸਿਆ ਕਿਉਂ ਨਹੀਂ? ਤੁਸੀਂ ਇਹਨਾਂ ਗੱਲਾਂ ਦੇ ਵਿੱਚ ਕਿਉਂ ਲੱਗੇ ਹੋ? ਮੈਂ ਜ਼ਿਆਦਾਤਰ ਮਸੀਹਾਂ ਨੂੰ ਇਸ ਸਮੇਂ ਦੇ ਵਿੱਚ ਕ੍ਰਿਟਿਸਿਜ਼ਮ ਕਰਦਿਆਂ ਹੀ ਦੇਖਦਾ। ਮੈਂ ਅੱਜ ਡਾਕਟਰ ਦੇ ਗਿਆ ਹੋਇਆ ਸਾਂ ਤਾਂ ਉੱਥੇ ਬੈਠੇ ਮੈਂ ਇੱਕ ਮੈਗਜ਼ੀਨ ਦੇਖੀ। ਉਸ ਮੈਗਜ਼ੀਨ ਦੇ ਵਿੱਚ ਇੱਕ ਆਰਟੀਕਲ ਕਿਸੇ ਅਨਬਲੀਵਰ ਵਿਅਕਤੀ ਨੇ, ਮਤਲਬ ਕਿ ਇੱਕ ਅਨਜਾਤੀ ਵਿਅਕਤੀ ਨੇ ਉਸ ਨੂੰ ਲਿਖਿਆ ਹੋਇਆ ਸੀ ਕਿ ਮਸੀਹਾਂ ਦਾ ਇੱਕ ਤਿਉਹਾਰ ਹੈ ਔਰ ਸੁਪ੍ਰਸਿੱਧ ਤਿਉਹਾਰ ਹੈ ਕ੍ਰਿਸਮਸ। ਇਸ ਸਮੇਂ ਦੇ ਵਿੱਚ ਈਸਾਈ ਲੋਕ ਪ੍ਰਭੂ ਯਿਸੂ ਮਸੀਹ ਦੇ ਜਨਮ ਨੂੰ ਹਰਸ਼ੋ ਉਲਾਸ ਨਾਲ ਮਨਾਉਂਦੇ ਨੇ, ਜਿਹਨੇ ਅਹਿੰਸਾ ਦਾ ਪਾਠ ਇਸ ਦੁਨੀਆ ਦੇ ਵਿੱਚ ਸਿਖਾਇਆ ਅਤੇ ਪੜ੍ਹਾਇਆ। ਅਗਰ ਮੈਂ ਕਹਾਂ ਇਹ ਮੈਗਜ਼ੀਨ ਕਿਹਨੇ ਲਿਖੀ, ਐਦਾਂ ਕਿਉਂ ਲਿਖਿਆ, ਇਹ ਕਿਸ ਤਰ੍ਹਾਂ, ਉਸ ਵਿਅਕਤੀ ਨੇ ਜੋ ਵੀ ਲਿਖਿਆ ਹੈ, ਉਸ ਵਿਅਕਤੀ ਨੇ ਜੋ ਵੀ ਆਪਣਾ ਪ੍ਰਗਟ ਕੀਤਾ ਹੈ, ਉਹ ਉਸਨੇ ਇੱਕ ਸੁਪ੍ਰਸਿੱਧ ਗੱਲ ਕੀਤੀ ਹੈ। ਸੁਪ੍ਰਸਿੱਧ, ਮੇਰਾ ਪ੍ਰਭੂ ਸੁਪ੍ਰਸਿੱਧ ਹੈ, ਇਹਦੇ 'ਚ ਕੋਈ ਸ਼ੱਕ ਨਹੀਂ। ਮੈਂ ਉੱਥੇ ਬੈਠੇ ਉਸ ਡਾਕਟਰ ਨੂੰ ਪੁੱਛਿਆ, ਮੈਂ ਕਿਹਾ ਡਾਕਟਰ ਸਾਹਿਬ ਤੁਸੀਂ ਇਹ ਪੜ੍ਹਿਆ? ਕਹਿੰਦਾ ਹਾਂ ਸਾਹਿਬ। ਮੈਂ ਕਿਹਾ ਇਹਦੇ 'ਚ ਆ ਜਿਹੜੀ ਗੱਲ ਲਿਖੀ ਹੈ ਤੁਸੀਂ ਪੜ੍ਹੀ ਹੈ? ਕਹਿੰਦਾ ਹਾਂਜੀ। ਮੈਂ ਕਿਹਾ ਇਸ ਗੱਲ ਦਾ ਮੀਨਿੰਗ ਜਾਣਦੇ? ਕਹਿੰਦਾ ਨਹੀਂ ਪੜ੍ਹੀ ਹੈ, ਨਹੀਂ ਜਾਣਦੇ। ਉਸ ਵੇਲੇ ਮੈਨੂੰ ਪ੍ਰਚਾਰ ਕਰਨ ਦਾ ਮੌਕਾ ਮਿਲ ਗਿਆ। ਹਰ ਇੱਕ ਗੱਲ ਨੂੰ ਕ੍ਰਿਟਿਸਿਜ਼ਮ ਨਾ ਬਣਾਓ, ਪ੍ਰਚਾਰ ਦਾ ਸੂ ਅਵਸਰ ਬਣਾ ਲਓ। ਇਹੀ ਤਾਂ ਗਲਾਤੀਆਂ ਦੇ ਵਿੱਚ ਪੌਲਸ ਨੇ ਕੀਤਾ ਹੈ ਔਰ ਇਹੋ ਪ੍ਰਗਟ ਕੀਤਾ। ਮੈਂ ਅਤੇ ਆਪ ਨੇ, ਮੇਰੀ ਅਤੇ ਆਪ ਦੀ ਇਹ ਜ਼ਿੰਮੇਵਾਰੀ ਹੈ, ਜਿਹੜੀ ਜ਼ਿੰਮੇਵਾਰੀ ਸਾਨੂੰ ਦਿੱਤੀ ਗਈ ਹੈ ਅਸੀਂ ਉਹ ਪੂਰੀ ਕਰਨੀ ਹੈ। ਉਸ ਤੋਂ ਬਾਅਦ ਮੈਂ ਆਪ ਨੂੰ ਦੱਸਦਾ, ਇਹ ਗਵਾਹੀ ਜਿਹੜੀ ਹੈ ਠੀਕ ਸਮੇਂ ਤੇ ਦਿੱਤੀ ਗਈ। ਇਹ ਗਵਾਹੀ ਠੀਕ ਸਮੇਂ ਉੱਤੇ ਦਿੱਤੀ ਗਈ। ਇਹ ਮੇਰੇ ਕੋਲ ਹੁਣ ਵੇਲਾ ਹੈ, ਇੱਕ ਠੀਕ ਸਮਾਂ ਪਰਮੇਸ਼ਰ ਨੇ ਹਰ ਇੱਕ ਵਿਸ਼ਵਾਸੀ ਦੇ ਵਿੱਚ ਠਹਿਰਾਇਆ ਹੈ ਉਸ ਦੀ ਖੁਸ਼ਖਬਰੀ ਦਾ ਪ੍ਰਚਾਰ ਕਰਨ। ਜਿਨ੍ਹਾਂ ਦੇ ਰਿਲੇਸ਼ਨਸ਼ਿਪ ਨਹੀਂ ਸੁਣਦੇ, ਜਿਹੜੇ ਲੋਕ ਆਪਣਾ ਗੁੱਸਾ ਗਿਲਾ ਕਰਦੇ ਨੇ, ਉਹਨਾਂ ਦੇ ਵਿੱਚ ਇਹ ਇੱਕ ਸੁਣਾਉਣ ਦਾ ਸੁਅਵਸਰ ਹੈ। ਉਹ ਕੀ ਹੈ? ਮੈਂ ਆਪ ਦੇ ਨਾਲ ਤਿਮੋਥੀਅਸ ਦੀ ਪੁਸਤਕ, ਉਸ ਦਾ ਪਹਿਲਾ ਤਿਮੋਥੀਅਸ, ਉਸ ਦਾ 6 ਅਧਿਆਏ, ਉਸ ਦੀ 15 ਆਇਤ ਨੂੰ ਪੜ੍ਹ ਰਿਹਾ ਹਾਂ। ਇੱਥੇ ਲਿਖਿਆ ਹੈ, ਜਿਸ ਨੂੰ ਉਹ ਠੀਕ ਸਮੇਂ ਉੱਤੇ ਵਿਖਾਵੇਗਾ, ਜੋ ਪਰਮ ਧਨ ਅਤੇ ਅਦੈਤ ਅਧਿਪਤੀ, ਰਾਜਿਆਂ ਦਾ ਰਾਜਾ ਅਤੇ ਪ੍ਰਭੂਆਂ ਦਾ ਪ੍ਰਭੂ। ਠੀਕ ਸਮੇਂ ਦੇ ਉੱਤੇ ਦਿਖਾਵੇਗਾ। ਕਿਹਨੂੰ? ਆਪਣੇ ਪ੍ਰਭੂ ਦੇ ਉਸ ਰਾਜ ਨੂੰ। ਜਿਹੜੇ ਲੋਕ ਖੁਸ਼ਖਬਰੀ ਤੇ ਵਿਸ਼ਵਾਸ ਕਰ ਲੈਣਗੇ, ਉਹ ਪਰਮੇਸ਼ਵਰ ਦੇ ਲੋਕਾਂ ਦੇ ਸ਼ਾਂਤ ਰਾਜ ਨੂੰ ਦੇਖਣਗੇ, ਜਿੱਥੇ ਇੱਕ ਦੂਜੇ ਦੇ ਨਾਲ ਭਲਾਈ ਕੀਤੀ ਜਾਂਦੀ ਹੈ, ਜਿੱਥੇ ਇੱਕ ਦੂਜੇ ਨਾਲ ਪਿਆਰ ਕੀਤਾ ਜਾਂਦਾ ਹੈ, ਜਿੱਥੇ ਇੱਕ ਦੂਸਰੇ ਨੂੰ ਹੌਸਲਾ ਦਿੱਤਾ ਜਾਂਦਾ, ਜਿੱਥੇ ਹਰ ਇੱਕ ਨੂੰ ਬੁਰਾਈ ਤੋਂ ਲਾਂਭੇ ਰਹਿਣ ਦੀ ਸਿੱਖਿਆ ਦਿੱਤੀ ਜਾਂਦੀ ਹੈ। ਪ੍ਰਭੂ ਯਿਸੂ ਮਸੀਹ ਨੇ ਕੋਈ ਮਿਸ਼ਨ ਜਾਂ ਡਿਨੋਮੀਨੇਸ਼ਨ ਨਹੀਂ ਨਿਯੁਕਤ ਕੀਤੀ। ਉਸਨੇ ਇੱਕ ਮਨੁੱਖਤਾ ਦੇ ਜੀਵਨ ਨੂੰ ਬਚਾਉਣ ਦਾ ਇੱਕ ਰਾਜ ਇੱਥੇ ਨਿਯੁਕਤ ਕੀਤਾ। ਤੇ ਅੱਜ ਅਸੀਂ ਉਸ ਰਾਜ ਨੂੰ ਆਪਣੇ ਮਿਸ਼ਨਾਂ ਦੇ ਵਿੱਚ, ਆਪਣੇ ਤਰੀਕਿਆਂ ਦੇ ਵਿੱਚ ਬਦਲ ਕੇ ਇੱਕ ਬਹੁਤ ਵੱਡਾ, ਅਸੀਂ ਮਸੀਹ ਦੇ ਵਿੱਚ ਉਸ ਰਾਜ ਦਾ ਰੁਕਾਵਟ ਦਾ ਕਾਰਨ ਬਣ ਗਏ। ਮੇਰੇ ਪਿਆਰੇ ਭਾਈ ਭੈਣ, ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਜੋ ਬਾਈਬਲ ਕਹਿੰਦੀ ਹੈ ਉਹ ਕਰਨ ਦੀ ਲੋੜ ਹੈ। ਬਾਈਬਲ ਕਿਸੇ ਮਿਸ਼ਨ ਦੀ ਨਹੀਂ ਹੈ, ਬਾਈਬਲ ਪਰਮੇਸ਼ਰ ਦੀ ਹੈ। ਔਰ ਪਰਮੇਸ਼ਰ ਦੇ ਉਸ ਮਿਸ਼ਨ ਦੀ, ਜਿਸ ਦੇ ਲਈ ਪਰਮੇਸ਼ਰ ਨੇ ਮਨੁੱਖ ਨੂੰ ਬਚਾਉਣ ਦੇ ਲਈ ਆਪਣੇ ਪਿਆਰੇ ਪੁੱਤਰ ਨੂੰ ਪਾਪਾਂ ਤੋਂ ਛੁਡਾਉਣ ਦੇ ਲਈ ਦਿੱਤਾ ਹੈ, ਉਹ ਦੱਸਣ ਦੀ ਲੋੜ ਹੈ। ਅੰਤਿਮ ਗੱਲ ਮੈਂ ਕਹਾਂਗਾ, ਜਿਹੜੀ ਹੁਣ ਅੰਤਿਮ ਗੱਲ ਹੈ, ਰੂਹਾਂ ਨੂੰ ਜਿੱਤਣਾ।
ਇਸ ਸਮੇਂ ਦੇ ਅਨੁਸਾਰ ਮੈਨੂੰ ਅਤੇ ਆਪ ਨੂੰ ਦਿੱਤਾ ਗਿਆ। ਕਹਿੰਦਾ ਅਵਸਰ ਨੂੰ ਬਹੁਮੁੱਲਾ ਸਮਝੋ। ਇਹਦਾ ਮਤਲਬ ਅਸੀਂ ਪਰਮੇਸ਼ਵਰ ਨੇ ਮੈਨੂੰ ਉਹ ਰੂਹਾਂ ਜਿਹੜੀਆਂ ਪਾਪ ਦੇ ਵਿੱਚ ਫਸੀਆਂ ਹੋਈਆਂ ਨੇ, ਜਿਹੜੀਆਂ ਦਲਦਲ ਦੇ ਵਿੱਚ ਧੱਸੀਆਂ ਹੋਈਆਂ ਨੇ, ਜਿਹੜੀਆਂ ਤੂਫਾਨਾਂ ਦੇ ਵਿੱਚ ਫਸੀਆਂ ਹੋਈਆਂ ਨੇ, ਜਿਹੜੀਆਂ ਹਨੇਰੇ ਦੇ ਵਿੱਚ ਭਟਕ ਰਹੀਆਂ ਨੇ, ਜਿਹੜੀਆਂ ਦੁੱਖ ਅਤੇ ਦਰਦ ਦੇ ਵਿੱਚ ਪੀਸ ਹੋ ਰਹੀਆਂ ਨੇ, ਉਹਨਾਂ ਨੂੰ ਇਹ ਸੰਦੇਸ਼ ਦੇਣ ਦਾ ਸੁਅਵਸਰ ਮੇਰੇ ਵਿੱਚ ਦਿੱਤਾ ਹੈ। ਮੇਰੇ ਭਾਈ ਭੈਣ, ਇਹ ਕਰਨ ਦਾ ਅਵਸਰ ਹੈ। ਪੌਲਸ ਦਾ ਰਸੂਲ ਕੀ ਕਹਿੰਦਾ ਹੈ? ਪਹਿਲਾਂ ਮੈਂ ਰਸੂਲਾਂ ਦੇ ਕਰਤੱਵ 16:3 ਆਪ ਦੇ ਲਈ ਫਟਾਫਟ ਉਹਨੂੰ ਪੜਾਂਗਾ। ਇੱਥੇ ਪੌਲਸ ਰਸੂਲ ਨੇ ਇੱਕ ਬਹੁਤ ਵਧੀਆ ਗੱਲ ਕੀਤੀ ਹੈ। ਜਦੋਂ ਉਸ ਨੂੰ ਫੜਵਾਇਆ ਗਿਆ, ਔਰ ਜਦੋਂ ਫੜਵਾਇਆ ਗਿਆ ਸੀ ਤਦ ਪੌਲਸ ਨੇ ਇਸ ਜਗ੍ਹਾ ਦੇ ਉੱਤੇ ਇੱਕ ਖਾਸ ਪ੍ਰਚਾਰ ਕੀਤਾ। ਉਹਨੇ ਕਿਹਾ, ਪੌਲਸ ਨੇ ਚਾਹਿਆ ਕਿ ਉਹ ਮੇਰੇ ਨਾਲ ਚੱਲੇ ਅਤੇ ਜੋ ਯਹੂਦੀ ਲੋਕ ਉਹਨਾਂ ਜਗ੍ਹਾਵਾਂ ਵਿੱਚ ਸੀ ਉਹਨਾਂ ਦੇ ਕਾਰਨ ਉਸ ਨੂੰ ਲੈ ਕੇ ਖਤਨਾ ਕੀਤਾ, ਕਿਉਂਕਿ ਉਹ ਸਭ ਜਾਣਦੇ ਸੀ ਕਿ ਉਸ ਦਾ ਪਿਤਾ ਯੂਨਾਨੀ ਹੈ। ਦੇਖੋ, ਪੌਲਸ ਕ੍ਰਿਟਿਸਿਜ਼ਮ ਤੋਂ ਬਚਣ ਦੇ ਲਈ ਉਹਨੇ ਖਤਨਾ ਹੋਣ ਦਿੱਤਾ ਅਤੇ ਉਹਨੂੰ ਆਪਣੀ ਸੇਵਾ ਦੇ ਨਾਲ ਲੈ ਕੇ ਆਇਆ। ਕਿਹਦੀ ਗੱਲ ਕਰ ਰਿਹਾ? ਤਿਮੋਥੀਅਸ ਦੀ। ਉਹਨੇ ਉੱਥੇ ਅਵਸਰ ਨੂੰ ਬਹੁਮੁੱਲਾ ਸਮਝਿਆ, ਇੱਕ ਵਿਅਕਤੀ ਨੂੰ ਸੇਵਾ ਦੇ ਵਿੱਚ ਲੈ ਕੇ ਆਉਣ ਦੇ ਲਈ, ਤਿਮੋਥੀਅਸ ਨੂੰ। ਦੂਸਰੀ ਗੱਲ ਇੱਥੇ ਦੇਖਦੇ ਹਾਂ 21:20 ਦੇ ਵਿੱਚ ਪੌਲਸ ਦਾ ਰਸੂਲ ਜਦੋਂ ਚੇਲਿਆਂ ਨੂੰ ਕਮਾਂਡ ਦੇ ਕੇ ਜਾਂਦਾ ਹੈ ਤਾਂ 20 ਦੇ ਵਿੱਚ ਕੀ ਕਹਿੰਦਾ ਹੈ? ਉਹਨਾਂ ਨੇ ਸੁਣ ਕੇ ਪਰਮੇਸ਼ਰ ਦੀ ਮਹਿਮਾ ਕੀਤੀ ਅਤੇ ਕਿਹਾ, ਹੇ ਭਾਈ, ਤੂੰ ਵੇਖਦਾ ਹੈ ਕਿ ਯਹੂਦੀਆਂ ਵਿੱਚੋਂ ਕਈ ਹਜ਼ਾਰ ਨੇ ਵਿਸ਼ਵਾਸ ਕੀਤਾ ਅਤੇ ਸਭ ਵਿਵਸਥਾ ਦੇ ਲਈ ਧੁਨ ਲਵਾਏ। ਮਤਲਬ ਵਿਵਸਥਾ ਦੇ ਉੱਤੇ ਚਿੱਤ ਲਾਏ ਹੋਏ ਸੀ। ਜਦੋਂ ਖੁਸ਼ਖਬਰੀ ਸੁਣੀ ਤਾਂ ਉਹਨਾਂ ਨੇ ਉਹਦੇ ਉੱਤੇ ਵਿਸ਼ਵਾਸ ਕੀਤਾ। ਅਵਸਰ ਨੂੰ ਬਹੁਮੁੱਲਾ ਸਮਝੋ। ਪੌਲਸ ਮੌਕਾ ਨਹੀਂ ਸਿਖਾਉਂਦਾ ਤੇ ਅਸੀਂ ਉਸ ਮੌਕੇ ਦਾ ਫਾਇਦਾ ਉਠਾਉਣਾ ਹੈ। ਮਸੀਹ ਯਸੂ ਦੇ ਰਾਜ ਨੂੰ, ਜਿਹੜਾ ਪਵਿੱਤਰਤਾ ਦਾ ਰਾਜ ਹੈ, ਜਿਹੜਾ ਪਵਿੱਤਰਤਾ ਦੇ ਲਈ ਆਇਆ ਸੀ, ਜਿਸ ਨੇ ਪਵਿੱਤਰਤਾ ਮੈਨੂੰ ਆਪਣੇ ਲਹੂ ਦੇ ਨਾਲ ਦਿੱਤੀ ਹੈ, ਉਸ ਦਾ ਪ੍ਰਚਾਰ ਕਰਨਾ, ਉਹਨੂੰ ਖੋਣਾ ਨਹੀਂ ਹੈ। ਇਸ ਲਈ ਅਵਸਰ ਨੂੰ ਬਹੁਮੁੱਲੇ ਸਮਝੋ। ਔਰ ਰੋਮੀਆਂ 11:4 ਮੈਂ ਆਪ ਦੇ ਲਈ ਇੱਕ ਵਾਰ ਫੇਰ ਪੜ੍ਹਨਾ ਚਾਹੁੰਦਾ। 11:4 ਇੱਥੇ ਕਹਿੰਦਾ ਹੈ, ਪਰ ਪਰਮੇਸ਼ਵਰ ਤੋਂ ਉਸ ਨੂੰ ਕੀ ਉੱਤਰ ਮਿਲਿਆ ਕਿ ਮੈਂ ਉਹਨਾਂ ਦੇ ਲਈ 7000 ਪੁਰਖਾਂ ਨੂੰ ਰੱਖ ਛੱਡਿਆ ਜਿਨ੍ਹਾਂ ਨੇ ਬਾਲ ਦੇ ਅੱਗੇ ਗੋਡੇ ਨਹੀਂ ਟਿਕੇ। ਪੌਲਸ ਦੇ ਗਵਾਹੀ ਦੇ ਕੰਮ, ਉਹਨੇ ਹਰ ਇੱਕ ਅਫਸਰ ਨੂੰ ਬਹੁਮੁੱਲਾ ਸਮਝਿਆ। ਇੱਕ ਹੋਰ ਗੱਲ ਕਹਿ ਕੇ ਮੈਂ ਸਮਾਪਤੀ ਵਿੱਚ ਜਾਵਾਂਗਾ। ਪਹਿਲਾ ਕੁਰਿੰਥੀਆਂ ਉਹਦਾ 9:20 ਦੇ ਵਿੱਚ ਪੌਲਸ ਕੀ ਕਹਿ ਰਿਹਾ ਹੈ? ਉਹ ਵੀ ਬੜਾ ਜਾਣਿਆ ਪਛਾਣਿਆ ਖੰਡ ਹੈ। ਕਹਿੰਦਾ, ਮੈਂ ਯਹੂਦੀਆਂ ਦੇ ਲਈ ਯਹੂਦੀ ਬਣਿਆ ਅਤੇ ਮੈਂ ਯਹੂਦੀਆਂ ਲਈ ਯਹੂਦੀ ਬਣਿਆ ਅਤੇ ਯਹੂਦੀਆਂ ਨੂੰ ਖਿੱਚ ਲਿਆਵਾਂ। ਲੋਕ ਵਿਵਸਥਾ ਦੇ ਅਧੀਨ ਆ, ਉਹਨਾਂ ਨੂੰ ਵਿਵਸਥਾ ਦੇ ਅਧੀਨ ਨਾ ਹੋਣ ਉੱਤੇ ਵੀ ਵਿਵਸਥਾ ਦੇ ਅਧੀਨ ਬਣ ਕੇ ਉਹਨਾਂ ਨੂੰ ਵਿਵਸਥਾ ਦੇ ਅਧੀਨ ਹੋਣ ਦੇ ਲਈ ਖਿੱਚ ਲਿਆਵਾਂ। ਪੌਲਸ ਉਹਨਾਂ ਨੂੰ ਪ੍ਰਭੂ ਦੇ ਕੋਲ ਖਿੱਚ ਲਿਆਉਣ ਦੇ ਲਈ ਹਰ ਇੱਕ ਅਵਸਰ ਦੇ ਲਈ ਆਪਣੇ ਆਪ ਨੂੰ ਤਿਆਰ ਰੱਖਦਾ ਸੀ ਕਿ ਤੁਸੀਂ ਇਸ ਬੁਰੇ ਯੁੱਗ ਦੇ ਵਿੱਚ, ਇਸ ਬੁਰੇ ਵਰਤਮਾਨ ਯੁੱਗ ਦੇ ਵਿੱਚ, ਕਿ ਅਵਸਰ ਨੂੰ ਬਹੁਮੁੱਲਾ ਸਮਝ ਕੇ ਪ੍ਰਭੂ ਦੀ ਖੁਸ਼ਖਬਰੀ ਦੇ ਨਾਲ ਉਹਨਾਂ ਲੋਕਾਂ ਨੂੰ ਜਿਹੜੇ ਪਾਪ ਦੇ ਵਿੱਚ ਤੜਫ ਰਹੇ ਨੇ, ਉਹਨਾਂ ਲੋਕਾਂ ਨੂੰ ਜਿਹੜੇ ਪਾਪ ਦੇ ਵਿੱਚ ਵਿਨਾਸ਼ ਹੁੰਦੇ ਜਾ ਰਹੇ ਨੇ, ਖਿੱਚ ਲਿਆਉਣ ਦੇ ਲਈ ਤਿਆਰ ਹੋ। ਜੇ ਤਿਆਰ ਹੋ ਤਾਂ ਪ੍ਰਾਰਥਨਾ ਕਰੋ, ਪ੍ਰਭੂ ਮੈਨੂੰ ਉਹਨਾਂ ਤੱਕ ਪਹੁੰਚਣ ਦੇ ਲਈ ਮੇਰੀ ਮਦਦ ਕਰ, ਤਾਂ ਕਿ ਤੇਰੇ ਰਾਜ ਦੀ ਉન્નਤੀ ਹੋ ਸਕੇ ਔਰ ਤੇਰਾ ਰਾਜ, ਤੇਰੀ ਮਹਿਮਾ ਦੇ ਲਈ ਸਾਡੇ ਵਿੱਚ ਆਵੇ। ਅਜਿਹਾ ਹੋਣ ਦੇ ਲਈ ਪ੍ਰਭੂ ਮੇਰੀ ਅਤੇ ਆਪ ਦੀ ਮਦਦ ਕਰੇ। ਸਾਰਿਆਂ ਨੂੰ ਜੈ ਮਸੀਹ ਦੀ।